ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਵਪੁਰੀ ਮੈਂ ਉਤਸਵ ਭਇਓ। ਹਾਜ਼ਰਾ ਹਜ਼ੂਰ ਸਰਬ ਸ਼ਕਤੀਮਾਨ ਗਿਆਨ ਸਮੁੰਦਰ ਬਾਣੀ ਦੇ ਬੋਹਿਤ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਸਜੇ ਪਾਵਨ ਦਰਬਾਰ ਗੁਰੂ ਦੇ ਚਰਨਾਂ ਦੇ ਪਿਆਰ ਵਿੱਚ ਜੁੜੇ ਹੋਏ ਗੁਰੂ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਗੁਰਮੁਖ ਗੁਰੂ ਪਿਆਰਿਓ, ਆਓ ਫਤਿਹ ਦੀ ਸਾਂਝ ਪਾਈਏ, ਉਚਾਰਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜ ਭਾਗੇ ਹੋ ਸ਼ਾਮ ਦੇ ਦੀਵਾਨ ਦਾ ਆਨੰਦ ਮਾਣਦੇ ਹੋਏ ਰਹਿ ਰਾਸ ਅਰਦਾਸ ਮੁਖ ਵਾਕ ਕੀਰਤਨ ਸਰਵਣ ਕੀਤਾ। ਆਓ ਨਿਤਨੇਮ ਅਨੁਸਾਰ ਗੁਰੂ ਇਤਿਹਾਸ ਨਾਲ ਜੁੜੀਏ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਸੋਮੇ, ਖਿਮਾ ਦੇ ਸਮੁੰਦਰ, ਦਇਆ ਦੇ ਸਾਗਰ, ਪੰਜਵੇਂ ਗੁਰੂ ਨਾਨਕ ਪੰਚਮ ਪਾਤਸ਼ਾਹ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਸ਼ਹੀਦੀ ਦਾ ਪ੍ਰਸੰਗ ਬੜੇ ਪਿਆਰ ਨਾਲ ਕੱਲ੍ਹ ਕਿਸ ਤਰ੍ਹਾਂ 5 ਪ੍ਰਕਾਰ ਦੇ ਤਸੀਹੇ ਸਤਿਗੁਰੂ ਮਹਾਰਾਜ ਇਹ 5 ਦਿਨ ਝੱਲੇ। ਆਖਰ 5ਵੇਂ ਦਿਨ ਸਤਿਗੁਰੂ ਮਹਾਰਾਜ ਜੀਆਂ ਨੂੰ ਦੇਗ ਸਮੇਤ ਬੱਧੇ ਹੀ ਦਿੱਤੇ ਰੋੜਾਏ। ਰਾਵੀ ਦਰਿਆ ਦੇ ਵਿੱਚ ਸਤਿਗੁਰੂ ਮਹਾਰਾਜ ਨੂੰ ਰੋੜ ਦਿੰਦੇ ਨੇ। ਇਉਂ ਸਤਿਗੁਰੂ ਮਹਾਰਾਜ ਦਾ ਜੋਤੀ ਜੋਤ ਸਮਾਉਣਾ, ਅਕਾਲ ਪੁਰਖ ਵਾਹਿਗੁਰੂ ਦੇ ਵਿੱਚ ਲੀਨ ਹੋਣਾ। ਸਰਵਣ ਕੀਤਾ ਸੁਆਓ। ਅਗਲਾ ਇਤਿਹਾਸ ਪਿਆਰ ਨਾਲ ਗੁਰੂ ਚਰਨਾਂ ਦੇ ਧਿਆਨ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਦੀ ਮਹਾਨ ਬਖਸ਼ੀਸ਼ ਲੈਣ ਵਾਸਤੇ ਸਰਵਣ ਕਰਨ ਦੇ ਲਈ ਰਸਨਾ ਪਵਿੱਤਰ ਕਰੀਏ, ਇਕਾਗਰਤਾ ਬਣਾਈਏ, ਉਚਾਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੇਵਪੁਰੀ ਮੈਂ ਉਤਸਵ ਭਇਓ। ਕਿਉਂਕਿ ਗੁਰੂ ਕਲਗੀਧਰ ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਸਮਾਉਣ ਦਾ ਆਪ ਆਪਣੀ ਕਲਮ ਰਾਹੀਂ ਇਸ ਗੱਲ ਨੂੰ ਬਿਆਨ ਕਰਦੇ ਨੇ। ਹੈ ਸਭ ਜਗ ਭਇਓ, ਜੈ 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 ਸੁਰਲੋਕ। ਇਉਂ ਲਾਹੌਰ ਦੇ ਵਿੱਚ ਸਾਰੇ ਅੱਗ ਦੇ ਭਾਂਬੜ ਮੱਚ ਰਹੇ ਸੀ। ਲਾਹੌਰ ਤਪ ਰਿਹਾ ਸੀ। ਲਾਹੌਰ ਸਹਿਰ ਜ਼ਹਿਰ ਕਹਿਰ ਜ਼ਹਿਰ ਵਰਤ ਰਹੀ ਸੀ। ਪਰ ਸਤਿਗੁਰੂ ਮਹਾਰਾਜ ਜੀ ਦਾ ਸੱਚਖੰਡ ਜਾਣਾ, ਦੇਵਪੁਰੀ ਮਹਿ ਗਇਓ ਆਪ ਪਰਮੇਸ਼ਰ ਭਾਇਓ। ਕਿਉਂ ਸਤਿਗੁਰੂ ਮਹਾਰਾਜ ਸੱਚਖੰਡ ਨੂੰ ਜਾਂਦੇ ਨੇ, ਸਾਰੇ ਦੇਵੀ ਦੇਵਤੇ ਲੈਣ ਆਉਂਦੇ ਨੇ, ਫੁੱਲਾਂ ਦੀ ਵਰਖਾ ਕਰਦੇ ਹਨ। ਅਬ ਦੁਸ਼ਟਨ ਕੋ ਨਾਸ ਸੁਖਿਓ। ਕਿਉਂ ਮਾਨੋ ਕਿ ਹੁਣ ਦੁਸ਼ਟਾਂ ਦਾ ਨਾਸ ਹੋਣ ਦਾ ਸਮਾਂ ਆ ਗਿਆ ਹੈ। ਇਹ ਵਿਧਿ ਆਪਣੇ ਧਾਮ ਪਧਾਰੇ। ਕਿਉਂ ਇਹ ਸਜਾਵਾਂ ਝੱਲਣੀਆਂ, ਸਪਿਰਟ ਪੈਦਾ ਕਰਨਾ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਇਹ ਸ਼ਹੀਦੀ ਹੀ ਸੀ ਜੋ ਹਰਗੋਬਿੰਦ ਸਾਹਿਬ ਮਹਾਰਾਜ ਨੇ ਹਰ ਇੱਕ ਜੰਗ ਜਿੱਤਿਆ। ਕਿਉਂਕਿ ਜਦੋਂ ਵੀ ਕੁਰਬਾਨੀ ਕਿਸੇ ਮਹਾਂਪੁਰਖ ਦੀ ਹੁੰਦੀ ਹੈ ਤਾਂ ਉਸ ਸਮੇਂ ਜ਼ਰੂਰ ਦੁਨੀਆ ਦੇ ਉੱਤੇ ਤਬਦੀਲੀ ਆਉਂਦੀ ਹੈ। ਅਤੇ ਸਤਿਗੁਰੂ ਪਾਤਸ਼ਾਹ ਜੀ ਇਸ ਤਰ੍ਹਾਂ ਸੱਚਖੰਡ ਚਲੇ ਜਾਂਦੇ ਹਨ। ਪਿੱਛੋਂ ਜਿਹੜੇ ਗੁਰਸਿੱਖ ਨੇ, ਗੁਰੂ ਅਰਜਨ ਜੀ ਰੂਪ ਮੁਰਾਰੇ। ਕਿਉਂਕਿ ਮੁਰਾਰੀ ਪਰਮੇਸ਼ਰ ਅਕਾਲ ਪੁਰਖ ਦਾ ਰੂਪ ਸਨ।
ज्योति जोत रली संपूर्ण थिया राम। ज्यों जल में जल आए खटाना, त्यों ज्योति संग जोत समाना समाए। दोहरा विद्या आदिक सिख मिल प्रथम वराग कराए। भाई विधि चंद जिन्ने भी ये गुरसिख सन पंजे ही होर गुरसिख भी आके इकत्र होए। बाला ही ज्यादा मन दे विच विराग पैदा हो गया है। बोर रबाबी को कहा मारू शब्द अलाए। क्योंकि कवि जियां दे अनुसार जो असी लड़ीवार इतिहास ਨੂੰ ਵਾਚਦੇ ਜਾ ਰਹੇ ਹਾਂ, ਸੁਣਦੇ ਜਾ ਰਹੇ ਹਾਂ, ਸਤਿਗੁਰੂ ਮਹਾਰਾਜ ਰਾਵੀ ਦਰਿਆ ਦੇ ਕਿਨਾਰੇ ਤੇ ਆਪਣਾ ਭਾਵ ਕੇ ਸੱਚਖੰਡ ਜਾਂਦੇ ਹਨ। ਜੋਤੀ ਜੋਤ ਸਮਾਉਂਦੇ ਨੇ ਸਰੀਰ ਨੂੰ ਤਿਆਗ ਕੇ। ਤਾਂ ਉਸ ਸਮੇਂ ਜਿਹੜਾ ਰਬਾਬੀ ਆਇਆ ਉਸ ਨੂੰ ਕਹਿ ਰਹੇ ਨੇ ਮਾਰੂ ਰਾਗ, ਬੈਰਾਗਮਈ ਰਾਗ ਸੁਣਾਓ। ਚੌਪਈ ਮਾਰੂ ਸ਼ਬਦ ਰਬਾਬੀ ਗਾਵੈ। ਇਹ ਰਬਾਬੀ ਬੜੇ ਪਿਆਰ ਦੇ ਨਾਲ ਮਾਰੂ ਸ਼ਬਦ ਗਾਇਨ ਕਰ ਰਿਹਾ ਹੈ। ਵਾਹਿਗੁਰੂ ਤੁਨ ਸਿੱਖ ਸੁਣਾਵੈ। ਸਾਰੇ ਗੁਰਸਿੱਖਾਂ ਦੇ ਹਿਰਦਿਆਂ ਵਿੱਚ ਵੀ ਵਾਹਿਗੁਰੂ ਵਾਹਿਗੁਰੂ ਦੀ ਧੁਨ ਉਤਪੰਨ ਹੋ ਰਹੀ ਹੈ। ਤਬਲੋ ਚੰਦੂ ਪਾਪੀ ਆਇਓ। ਇੰਨੇ ਨੂੰ ਚੰਦੂ ਦੁਸ਼ਟ ਵੀ ਆ ਜਾਂਦਾ ਦੇਖਣ ਵਾਸਤੇ ਕਿ ਕਿੰਨਾ ਸਮਾਂ ਹੋ ਗਿਆ ਵਾਪਸ ਨਹੀਂ ਮੁੜਿਆ ਜੇ। ਜਰੇ ਬਦਨ ਯੋ ਬੈਨ ਹਲਾਇਓ। ਸੜਿਆ ਪਿਆ ਸੀ, ਅੱਗ ਦਾ ਬਬੂਲਾ ਹੋਇਆ ਪਿਆ ਸੀ, ਗੁੱਸੇ ਨਾਲ ਕ੍ਰੋਧ ਨਾਲ ਬੋਲਦਾ ਹੈ। ਤੁਮਕੋ ਐਸੇ ਨਿੰਦਰਾ ਆਈ। ਸਤਿਗੁਰੂ ਮਹਾਰਾਜ ਪਾਵਨ ਪਵਿੱਤਰ ਸਰੀਰ ਪਾਤਸ਼ਾਹ ਦਾ ਪਿਆ ਸੀ। ਆਪ ਜੋਤੀ ਜੋਤ ਸਮਾ ਚੁੱਕੇ ਸਨ। ਕੋਲ ਪਹੁੰਚ ਕੇ ਫਿਰ ਕਰੜੇ ਸ਼ਬਦਾਂ 'ਚ ਬੋਲਦਾ, ਕਹਿੰਦਾ ਕਿਵੇਂ ਨੀਂਦ ਆ ਗਈ ਹੈ ਤੁਹਾਨੂੰ? ਕਿਉਂਕਿ ਇਹਦੇ ਮਨ 'ਚ ਸੀ ਪੰਜੇ ਦਿਨ ਸਤਿਗੁਰਾਂ ਨੂੰ ਸੌਣ ਨਹੀਂ ਦਿੱਤਾ ਹੈ। ਬਾਰ ਬਾਰ ਤਸੀਹੇ ਤੇ ਤਸੀਹੇ, ਇੱਕ ਤੋਂ ਇੱਕ ਵੱਧ ਕੇ ਤਸੀਹੇ ਦਿੱਤੇ ਗਏ। ਇਸ ਕਰਕੇ ਕਹਿਣ ਲੱਗਿਆ ਵੀ ਹੁਣ ਆ ਕੇ ਤੁਸੀਂ ਇਹ ਕਿਨਾਰੇ ਤੇ ਸੌਂ ਗਏ। ਰਾਵੀ ਤਟ ਪਰ ਬਹੁ ਸੁਖ ਪਾਈ। ਇੱਥੇ ਹੁਣ ਸੁਖ ਮਿਲ ਗਿਆ ਹੈ ਸੌਣ ਦਾ। ਮੋਕੋ ਨਿੰਦਰਾ ਕਬੀ ਨ ਆਵੈ। ਮੈਨੂੰ ਤਾਂ ਕਦੇ ਵੀ ਇਹ ਨਿੰਦਰਾ ਨਹੀਂ ਆਊ ਜ਼ਿੰਦਗੀ ਵਿੱਚ। ਕੁਆਰੀ ਕੰਨਿਆ ਦਿਖ ਦੁਖ ਆਵੈ। ਮੈਂ ਸਦਾ ਕੁਆਰੀ ਕੰਨਿਆ ਦੇਖ ਕੇ ਦੁਖੀ ਹੋਵਾਂਗਾ। ਦੋਹਰਾ ਤਬ ਵਿਦਿਏ ਐਸੇ ਕਹਾ ਬੋਲਤ ਮਤ ਮੰਦ ਮੰਦ। ਤਾਂ ਉਸ ਸਮੇਂ ਭਾਈ ਵਿਧੀ ਚੰਦ ਜੀ ਕਹਿ ਰਹੇ ਨੇ ਮੰਦੀ ਮਤ ਵਾਲੇ ਕਿਉਂ ਬੋਲਦਾ ਹੈ। ਜੋਤੀ ਜੋਤ ਸਮਾਏ ਗੁਰ ਗਏ ਚਾੜ ਅਬ ਚੰਦ। ਕੀ ਆਖਿਆ ਕਿ ਦੁਸ਼ਟਾ ਸਤਿਗੁਰੂ ਮਹਾਰਾਜ ਤਾਂ ਜੋਤੀ ਜੋਤ ਸਮਾ ਗਏ ਨੇ, ਹੁਣ ਦੇਖੀ ਤੇਰੇ ਕਿਵੇਂ ਚੜ੍ਹਦਾ ਹੈ ਚੰਦ, ਤੇਰਾ ਕੀ ਹਾਲ ਹੁੰਦਾ ਹੈ। ਚੌਪਈ ਸੁਨ ਪਾਪੀ ਮਨ ਮੈਂ ਬਿਸਮਾਇਓ। ਇਹ ਪਾਪੀ ਦੁਸ਼ਟ ਭਾਈ ਵਿਧੀ ਚੰਦ ਦੇ ਬਚਨ ਸੁਣ ਕੇ ਬੜਾ ਹੈਰਾਨ ਹੋ ਗਿਆ ਹੈ। ਪਾਛੇ ਮੁੜ ਨਿਜ ਸਦਨ ਸਦਾਇਓ। ਉਸ ਸਮੇਂ ਵਾਪਸ ਮੁੜ ਜਾਂਦਾ ਹੈ ਆਪਣੇ ਘਰ ਨੂੰ। ਪਾਛੇ ਸਿੱਖਣ ਕੀਓ ਉਪਾਵਾ। ਫਿਰ ਗੁਰਸਿੱਖਾਂ ਨੇ ਮਹਾਰਾਜ ਦੇ ਹੁਕਮ ਅਨੁਸਾਰ ਮਾਨੋ ਜੋ ਇਤਿਹਾਸਕ ਗੱਲਾਂ ਨੇ ਉਹ ਯਤਨ ਕੀਤਾ ਹੈ। ਸ੍ਰੀ ਗੁਰੂ ਦੇਹ ਇਸ਼ਨਾਨ ਕਰਾਵਾ। ਸਤਿਗੁਰੂ ਮਹਾਰਾਜ ਦਾ ਇਸ਼ਨਾਨ ਕਰਾਇਆ। ਹੁਣ ਇਹ ਗੱਲ ਆਪਾਂ ਵੀ ਸੋਚ ਸਕਦੇ ਹਾਂ। ਮਹਾਰਾਜ ਦੇ ਉੱਤੇ ਰੇਤਾ ਪੈਂਦਾ ਰਿਹਾ ਸਰੀਰ ਤੇ, ਤਤੀ ਤਵੀ ਤੇ ਵੀ ਬੈਠੇ, ਦੇਗ ਦੇ ਵਿੱਚ ਵੀ ਉਬਲੇ, ਫਿਰ ਸਾਰਾ ਸਰੀਰ ਤਾਂ ਫਿੱਟ ਚੁੱਕਿਆ ਸੀ। ਐਸੇ ਸਰੀਰ ਨੂੰ ਆਪਾਂ ਕਿਵੇਂ ਹੱਥਾਂ 'ਚ ਲੈ ਸਕਦੇ ਹਾਂ? ਸੋ ਇਸ ਕਰਕੇ ਬਹੁਤ ਵਿਚਾਰਨ ਵਾਲੀਆਂ ਗੱਲਾਂ ਹੋਇਆ ਕਰਦੀਆਂ ਨੇ। ਪਰ ਕਵੀ ਜੀ ਕਹਿ ਰਹੇ ਨੇ ਕਿ ਸਤਿਗੁਰਾਂ ਦਾ ਇਸ਼ਨਾਨ ਕਰਾਇਆ ਹੈ। ਬੋਰੋ ਜਪਜੀ ਪੜਤ ਸਦਾਏ। ਫਿਰ ਜਪਜੀ ਸਾਹਿਬ ਜੀ ਦਾ ਜਾਪ ਕੀਤਾ ਸਾਰੇ ਗੁਰਸਿੱਖਾਂ ਨੇ। ਰਾਵੀ ਮੇ ਗੁਰ ਦੇ ਉਠਾਏ। ਕਿਉਂ ਮਹਾਰਾਜ ਦਾ ਪਾਵਨ ਸਰੀਰ ਚੁੱਕ ਕੇ ਰਾਵੀ ਦੇ ਵਿੱਚ ਲੈ ਜਾਂਦੇ ਨੇ, ਨਾਲ ਨਾਲ ਪਾਠ ਕਰਦੇ ਨੇ ਜਪਜੀ ਸਾਹਿਬ ਦਾ। ਜਬੈ ਭੋਗ ਜਪਜੀ ਕਾ ਪਾਇਓ। ਜਦੋਂ ਜਪਜੀ ਸਾਹਿਬ ਜੀ ਦੀ ਬਾਣੀ ਸੰਪੂਰਨ ਹੋ ਜਾਂਦੀ ਹੈ, ਸ੍ਰੀ ਗੁਰੂ ਤਨ ਪ੍ਰਵਾਹ ਕਰਾਇਓ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੀਰ ਫਿਰ ਰਾਵੀ ਦਰਿਆ ਦੇ ਵਿੱਚ ਪ੍ਰਵਾਹ ਕਰ ਦਿੱਤਾ, ਜਲ ਪ੍ਰਵਾਹ ਕਰ ਦਿੱਤਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਹੁਣ ਨਾਲ ਇਹ ਵੀ ਗੱਲਾਂ ਵਿਚਾਰ ਕਰਨ ਵਾਲੀਆਂ ਹੁੰਦੀਆਂ ਨੇ। ਇਸੇ ਕਰਕੇ ਜਿਨ੍ਹਾਂ ਸੰਗਤਾਂ ਨੇ ਕੱਲ੍ਹ ਇਤਿਹਾਸ ਸੁਣਿਆ ਹੈ ਕਿ ਸਤਿਗੁਰੂ ਮਹਾਰਾਜ ਦੇਗ ਸਮੇਤ ਹੀ ਰੋੜ ਦਿੱਤੇ ਸੀ, ਦੇਗ ਰੁੜ ਗਈ ਸੀ ਵਿੱਚ ਹੀ। ਸੰਗਲ ਪਾਏ ਹੋਏ ਸਨ ਮਹਾਰਾਜ ਦੇ ਸਰੀਰ ਨੂੰ। ਅੱਜ ਵੀ ਜਿਹੜੀਆਂ ਸੰਗਤਾਂ ਉੱਥੇ ਦਰਸ਼ਨ ਕਰਨ ਜਾਂਦੀਆਂ ਨੇ,
ਕਿਉਂਕਿ ਭਾਈ ਗੋਗੀ ਸਿੰਘ ਹੋਣੀ ਕਰਕੇ ਆਏ ਹੋਏ ਨੇ ਦੀਦਾਰੇ। ਉੱਥੇ ਵੀ ਇਤਿਹਾਸ ਇਹੀ ਲਿਖਿਆ ਹੋਇਆ ਹੈ, ਡੇਰਾ ਸਾਹਿਬ ਰਾਵੀ ਦੇ ਕਿਨਾਰੇ 'ਤੇ ਸਤਿਗੁਰੂ ਪਾਤਸ਼ਾਹ ਦੇ ਪਾਵਨ ਸਥਾਨ 'ਤੇ, ਕਿ ਸਤਿਗੁਰਾਂ ਨੂੰ ਸੰਗਲਾਂ ਨਾਲ ਬੰਨ੍ਹ ਕੇ ਵਿੱਚ ਡੋਬਿਆ ਸੀ। ਅਤੇ ਇਹ ਵੀ ਗੱਲ ਸੱਚ ਹੈ ਕਿ ਕੋਈ ਵੀ ਸਰੀਰ ਆਪਾਂ ਪਾਣੀ ਦੇ ਵਿੱਚ ਛੱਡ ਦਈਏ ਤਾਂ ਹਮੇਸ਼ਾ ਹੀ ਉੱਤੇ ਆ ਜਾਂਦਾ ਹੈ ਦੂਏ ਤੀਏ ਦਿਨ। ਪਰ ਸਤਿਗੁਰੂ ਮਹਾਰਾਜ ਦਾ ਸਰੀਰ ਪਹਿਲਾਂ ਹੀ ਪਾਣੀ ਨਾਲ ਫੁੱਲ ਚੁੱਕਿਆ ਸੀ। ਇਸ ਕਰਕੇ ਬਹੁਤ ਵਿਚਾਰ ਵਾਲੀਆਂ ਗੱਲਾਂ ਹੋਇਆ ਕਰਦੀਆਂ ਨੇ। ਪਰ ਹਾਂ, ਕਵੀ ਜੀਆਂ ਨੂੰ ਜੋ ਸਰੋਤ ਮਿਲੇ ਉਹ ਉਹਨਾਂ ਨੇ ਲਿਖ ਦਿੱਤਾ। ਆਪਾਂ ਉਹਨਾਂ ਨੂੰ ਇਹ ਨਹੀਂ ਕਹਿ ਸਕਦੇ ਵੀ ਕਿਉਂ ਲਿਖਿਆ। ਉਹਨਾਂ ਨੇ ਵੀ ਉਦਮ ਕੀਤਾ, ਉਪਰਾਲਾ ਕੀਤਾ ਹੈ। ਕੁਛ ਤਾਂ ਸਾਡੇ ਸਾਹਮਣੇ ਰੱਖਿਆ ਨਾ ਗੁਰੂ ਦਾ ਇਤਿਹਾਸ, ਗੁਰੂ ਦੀ ਉਪਮਾ ਦੇ ਵਿੱਚ। ਅਤੇ ਆਪਾਂ ਨੂੰ ਜਿਵੇਂ ਹੋਰ ਸਰੋਤ, ਜਿਵੇਂ ਹੋਰ ਨਵੀਂ ਖੋਜ ਹੋ ਰਹੀ ਹੈ, ਵਿਚਾਰਾਂ ਪੈਦਾ ਹੋ ਰਹੀਆਂ ਨੇ, ਆਪਾਂ ਉਸ ਤਰ੍ਹਾਂ ਵੀ ਵਿਚਾਰ ਸਕਦੇ ਹਾਂ। ਪਰ ਇਹ ਸਾਰੇ ਸਬਜੈਕਟਾਂ ਨੂੰ ਜੇ ਆਪਾਂ ਇੱਕ ਗੱਲ 'ਤੇ ਲਿਆਈਏ, ਇਹ ਗੁਰੂ ਦੀ ਉਪਮਾ ਹੈ, ਮਹਿਮਾ ਹੈ। ਵੱਖਰੇ ਵੱਖਰੇ ਤਰੀਕੇ ਨਾਲ ਆਪਾਂ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਇਹ ਵੀ ਸਤਿਗੁਰਾਂ ਦੀ ਉਪਮਾ ਹੀ ਹੈ। ਸਤਿਗੁਰੂ ਅਨੇਕਾਂ ਸਰੂਪਾਂ ਦਾ ਮਾਲਕ ਹੈ, ਅਨੇਕਾਂ ਹੀ ਚੋਜ ਕਰਨ ਵਾਲਾ ਹੈ। ਜੈਸੇ ਜੈਸੇ ਜਿਸ ਵਿਦਵਾਨ ਨੂੰ ਜਿਸ ਤਰ੍ਹਾਂ ਦਾ ਵੀ ਗਿਆਨ ਆਇਆ, ਉਹਨੇ ਉਸ ਤਰ੍ਹਾਂ ਦੇ ਹਿਸਾਬ ਨਾਲ ਜੋ ਇਤਿਹਾਸ ਮਿਲਿਆ ਉਹਨੂੰ ਬਿਆਨਿਆ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਸਰੀਰ ਨੂੰ ਫਿਰ ਜਲ ਪ੍ਰਵਾਹ ਕਰ ਦਿੱਤਾ। ਭਗਤ ਸਿੰਘ ਸੰਮਤ ਸੁਨੋ ਸੋਰੈ ਸੈ ਸਠ ਜਾਨ। ਸਤਿਗੁਰੂ ਮਹਾਰਾਜ ਜੀ ਦਾ ਜਿਹੜਾ ਸ਼ਹੀਦੀ ਦਾ ਦਿਹਾੜਾ ਸੀ, ਉਹਦਾ ਸੰਮਤ ਦੱਸ ਰਹੇ ਨੇ 1660। ਤੀਨ ਔਰ ਪਰ ਜੇਠ ਸੁਦੀ ਚੌਥ ਥਿਤ ਪਰਮਾਨ। ਜੋ ਕਵੀ ਨੇ ਕਵੀ ਰਚਨਾ ਦੇ ਵਿੱਚ ਕੀਤੀ ਹੈ, 3 ਉੱਤੇ ਤਾਂ 63 ਬਣ ਜਾਂਦੇ ਨੇ। 1663 ਜੇਠ ਸੁਦੀ ਚੌਥ ਦਾ ਦਿਹਾੜਾ ਸੀ। 2 ਹਾੜ ਸੀ, ਕਿਉਂਕਿ ਸੰਗਰਾਂਦੀ ਅਤੇ ਪੱਖੀ 2 ਤਰ੍ਹਾਂ ਦਾ ਚੱਲਦਾ ਹੁੰਦਾ ਹੈ, ਜਿਹੜਾ ਪੁਰਾਤਨ ਸੰਨ ਚੱਲਦੇ ਨੇ। ਸੰਗਰਾਂਦਾਂ ਕਰਕੇ 2 ਹਾੜ ਸੀ, ਅਤੇ ਜਿਹੜਾ ਪੱਖਾਂ ਕਰਕੇ ਸੀ, ਚੰਦਰਮਾ ਕਰਕੇ, ਉਹ ਜੇਠ ਸੁਦੀ ਚੌਥ ਸੀ, ਜਿਹੜਾ ਸੰਮਤ 1663। ਜਿਹੜਾ ਹੁਣ ਅੱਜ ਮਸ਼ਹੂਰ ਹੈ, ਲੋਕ ਅੰਗਰੇਜ਼ੀ ਸੰਨ 'ਤੇ ਪਿੱਛੇ ਨੇ ਸਾਰੇ। 30 ਮਈ 1606 ਸੰਨ ਸੀ, 30 ਮਈ, ਕਿਉਂਕਿ ਸਤਿਗੁਰੂ ਮਹਾਰਾਜ 22 ਮਈ ਨੂੰ ਜਾ ਪਹੁੰਚੇ ਸੀ। ਇਸ ਤਰ੍ਹਾਂ 23 ਮਈ ਨੂੰ ਮਹਾਰਾਜ ਨੂੰ ਗ੍ਰਿਫਤਾਰ ਕੀਤਾ। 24 ਮਈ ਨੂੰ ਮਹਾਰਾਜ ਜੀ ਨੂੰ ਆਖਰ ਪੇਸ਼ੀ ਹੋ ਕਰਕੇ ਸਤਿਗੁਰੂ ਮਹਾਰਾਜ ਨੂੰ ਸ਼ਾਮੀ ਘਰੇ ਲੈ ਆਉਂਦਾ ਹੈ। ਕਿਉਂ ਮਾਨੋ ਕਿ 25 ਤੋਂ ਮਹਾਰਾਜ ਦੇ ਤਸੀਹੇ ਆਰੰਭ ਹੋ ਜਾਂਦੇ ਨੇ। 30 ਮਈ ਨੂੰ ਸਤਿਗੁਰੂ ਮਹਾਰਾਜ ਜੋਤੀ ਜੋਤ ਸਮਾ ਜਾਂਦੇ ਨੇ। ਗਿਆਨੀ ਗਿਆਨ ਸਿੰਘ ਵੀਰਵਾਰ ਦਾ ਦਿਨ ਵੀ ਲਿਖਦੇ ਨੇ ਕਿ ਦਿਨ ਵੀਰਵਾਰ ਸੀ। ਕਿਉਂ ਮੇਰੇ ਸਤਿਗੁਰੂ ਮਹਾਰਾਜ ਜੀਓ ਜੋਤੀ ਜੋਤ ਸਮਾਏ। ਚੌਪਾਈ ਤਿਸ ਦਿਨ ਜੋਤੀ ਜੋਤ ਸਮਾਏ। ਉਸ ਦਿਨ ਜਦੋਂ ਜੋਤੀ ਜੋਤ ਸਮਾ ਗਏ ਸੱਚੇ ਸਤਿਗੁਰੂ ਗੁਰੂ ਅਰਜਨ ਨਿਜ ਆਸਣ ਪਾਏ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚਖੰਡ ਵਿਰਾਜੇ। ਪਾਂਚੋ ਸਿੱਖਨ ਕਰ ਇਸ਼ਨਾਨਾ। 5 ਗੁਰਸਿੱਖਾਂ ਨੇ ਵੀ ਫਿਰ ਮਗਰੋਂ ਇਸ਼ਨਾਨ ਕੀਤਾ। ਸੁਦਾ ਸਰੋਵਰ ਔਰ ਸਿਧਾਨਾ। ਕਿਉਂ ਚੱਲ ਕੇ ਫਿਰ ਲਾਹੌਰ ਤੋਂ ਅੰਮ੍ਰਿਤਸਰ ਨੂੰ ਆ ਰਹੇ ਨੇ। ਆਵਤ ਪੰਥ ਵਿਰੈ ਗੁਰ ਪਾਏ। ਮਹਾਰਾਜ ਦਾ ਮਨ ਦੇ ਵਿੱਚ ਬਾਹਲਾ ਜ਼ਿਆਦਾ ਵਿਰਾਗ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਦੇ ਮਹਾਨ ਪਵਿੱਤਰ ਸਰੂਪ ਦਾ ਹਿਰਦੇ ਅੰਦਰ ਗੁਰ ਕੀ ਮੂਰਤ ਮਨ ਮੈਂ ਧਿਆਨ। ਬਾਹਲਾ ਹੀ ਜ਼ਿਆਦਾ ਮਨ ਦੁਖੀ ਹੈ। ਜਥਾ ਭੂਪ ਬਿਨ ਸੈਨਾ ਜਾਏ। ਕਿਉਂ ਮਾਨੋ ਜੀ ਨੇ ਸੈਨਾ ਤਾਂ ਹੋਵੇ ਪਰ ਉਹਦਾ ਰਾਜਾ ਨਾ ਹੋਵੇ ਵਿੱਚ। ਜਸ ਦੁੱਲੇ ਬਿਨ ਜਾਏ ਬਰਾਤਾ। ਜਿਵੇਂ ਲਾੜਾ ਨਾ ਹੋਵੇ ਬਰਾਤ ਜਾਂਦੀ ਹੋਵੇ, ਇਉਂ ਗੁਰਸਿੱਖ ਖਾਲੀ ਹੋ ਗਏ ਨੇ। ਮਨ ਦੇ ਉੱਤੇ ਬਾਹਲਾ ਜ਼ਿਆਦਾ ਵਿਰਾਗ, ਕਿੱਥੇ ਗੁਰੂ ਦੇ ਪਿਆਰ ਦੇ ਨਾਲ ਆਏ ਸੀ, ਹੁਣ ਅੱਜ ਸਤਿਗੁਰੂ ਜੀ ਨਾਲ ਨਹੀਂ ਮੁੜ ਰਹੇ।
ਇਕੱਲੇ ਹੀ ਤੁਰੇ ਜਾ ਰਹੇ ਨੇ। ਰਵ ਬਿਨ ਦਿਨ ਨਿਸ ਸਸ ਬਿਨ ਰਾਤਾ। ਸੂਰਜ ਤੋਂ ਬਿਨਾ ਦਿਨ ਕਿਵੇਂ ਮੰਨੀਏ, ਚੰਦਰਮਾ ਤੋਂ ਬਿਨਾ ਰਾਤ ਸ਼ੋਭਾ ਨਹੀਂ ਪਾਉਂਦੀ। ਦੋਹਰਾ ਐਸੇ ਦੁਖਤ ਮਨ ਸੋ ਆਏ, ਪਾਂਚ ਸਿੱਖ ਦੁਖ ਪਾਏ। ਇਉਂ ਬੜੇ ਦੁਖੀ ਹੋਵੇ ਪੰਜੇ ਗੁਰਸਿੱਖ ਮਨ ਦੇ ਵਿੱਚ ਵਿਰਾਗ ਲੈ ਕੇ ਅੰਮ੍ਰਿਤਸਰ ਪਹੁੰਚ ਜਾਂਦੇ ਹਨ। ਹਰ ਗੋਬਿੰਦ ਨਿਜ ਮਹਿਲ ਥੇ, ਪਰੇ ਚਰਨ ਪਰ ਆਏ। ਹਰਗੋਬਿੰਦ ਸਾਹਿਬ ਮਹਾਰਾਜ ਮਹਿਲਾਂ ਵਿੱਚ ਸਨ। ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਜਾ ਕੇ ਨਮਸਕਾਰ ਕੀਤੀ, ਮੱਥਾ ਟੇਕਿਆ। ਸੋਰਠਾ ਪੁੱਛਿਓ ਤਬ ਗੁਰਦਾਸ, ਸਭੈ ਬਾਤ ਵਿਧੀਏ ਕਹੀ। ਉਸ ਸਮੇਂ ਭਾਈ ਗੁਰਦਾਸ ਜੀਆਂ ਨੇ ਸਾਰੀ ਵਿਚਾਰ ਪੁੱਛੀ ਤਾਂ ਭਾਈ ਵਿਧੀ ਚੰਦ ਜੀ ਫਿਰ ਸਾਰੀ ਸਤਿਗੁਰੂ ਮਹਾਰਾਜ ਜੀ ਦੀ ਗਾਥਾ ਸੁਣਾਉਂਦੇ ਨੇ। ਕੀਨੋ ਰੁਦਨ ਪ੍ਰਕਾਸ਼, ਧੀਰਜ ਰਹਿਓ ਨ ਕਿਸੀ ਮਨ। ਤਾਂ ਉਸ ਸਮੇਂ ਕਿਸੇ ਦੇ ਮਨ ਦੇ ਵਿੱਚ ਧੀਰਜ ਨਾ ਰਿਹਾ। ਰਹੇ ਵੀ ਕਿਵੇਂ? ਜਦੋਂ ਭਾਈ ਵਿਧੀ ਚੰਦ, ਭਾਈ ਪੁਰਾਣਾ ਜੇਠਾ ਜੀਆਂ ਨੇ ਸਤਿਗੁਰੂ ਮਹਾਰਾਜ ਦੇ ਜੋ ਅੱਖੀਂ ਦੇਖਦੇ ਰਹੇ, ਕੋਠੜੀ 'ਚ ਬੰਦ ਸਨ, ਤਾਕੀ ਥਣੀ ਤੱਕਦੇ ਸੀ ਮਹਾਰਾਜ ਨੂੰ। ਵਿਹੜੇ ਦੇ ਵਿੱਚ ਧੁੱਪੇ ਬਿਠਾ ਕੇ ਰੱਖਣਾ, ਸਾਰਾ ਦਿਨ ਭੁੱਖੇ ਰੱਖਣਾ, ਤੱਤੇ ਰੇਤੇ 'ਤੇ ਤੋਰ ਕੇ ਰੱਖੇ, ਕਦੇ ਬਿਠਾ ਦਿੱਤੇ ਤੱਤੇ ਰੇਤੇ 'ਤੇ, ਫਿਰ ਮਹਾਰਾਜ ਨੂੰ ਤਵੀ 'ਤੇ ਬਿਠਾ ਦਿੱਤਾ, ਫਿਰ ਸੀਸ ਦੇ ਵਿੱਚ ਰੇਤਾ ਪਾਇਆ, ਫਿਰ ਦੇਗ ਦੇ ਵਿੱਚ ਉਬਾਲਿਆ। ਭੁੱਖੇ ਰਹੇ, ਪਿਆਸੇ ਰਹੇ 5 ਦਿਨ। ਰਾਤ ਨੂੰ ਵੀ ਸੌਣ ਨਹੀਂ ਦਿੱਤਾ, ਦਿਨੇ ਵੀ ਸੌਣ ਨਹੀਂ ਦਿੱਤਾ। ਆਰਾਮ ਦੀ ਤਾਂ ਕੋਈ ਗੱਲੇ ਨਹੀਂ ਸੀ, ਰੜੇ ਹੀ ਸਨ। ਇਉਂ ਇਹ ਗੁਰਸਿੱਖਾਂ ਨੇ ਜਦੋਂ ਸਾਰੇ ਤਸੀਹਿਆਂ ਦੀ ਦਾਸਤਾਨ ਗੁਰਸਿੱਖਾਂ ਨੂੰ ਸੁਣਾਈ, ਫਿਰ ਐਸਾ ਹਿਰਦਾ ਕਿਹੜਾ ਹੈ? ਸਤਿਗੁਰੂ ਮਹਾਰਾਜ ਦੇ ਉਹਨਾਂ ਤਸੀਹਿਆਂ ਨੂੰ ਜੋ ਪਾਤਸ਼ਾਹ ਨੂੰ ਦਿੱਤੇ ਜਾ ਰਹੇ ਸੀ, ਉਹਨਾਂ ਨੂੰ ਸੁਣ ਕੇ ਸਾਡੇ ਮਨ ਦੇ ਵਿੱਚ ਵਿਰਾਗ ਨਾ ਆਵੇ, ਮਨ ਦੇ ਵਿੱਚ ਸਤਿਗੁਰੂ ਮਹਾਰਾਜ ਪ੍ਰਤੀ ਰੋਣਾ ਨਾ ਆਵੇ। ਸਾਰੇ ਉਸ ਸਮੇਂ ਤਾਂ ਗੁਰਸਿੱਖਾਂ ਦੇ ਮਨ ਉਛਲ ਪੈਂਦੇ ਹੋਣਗੇ, ਕਿਉਂਕਿ ਸਤਿਗੁਰੂ ਮਹਾਰਾਜ ਉਹ ਮਹਾਨ ਸੋਹਣਾ ਸਰੂਪ ਤਖ਼ਤ 'ਤੇ ਬਿਰਾਜਮਾਨ, ਅੰਮ੍ਰਿਤਮਈ ਬਾਣੀ ਦੀ ਰਚਨਾ, ਹਰਿਮੰਦਰ ਸਾਹਿਬ ਜੀ ਦੀ ਰਚਨਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਰਚਨਾ, ਅੰਮ੍ਰਿਤਮਈ ਸਰੰਦੇ ਨਾਲ ਕੀਰਤਨ ਕਰਦੇ ਗੁਰਸਿੱਖ ਬਵੀਹੀਆਂ ਵਾਂਗੋਂ ਸੁਣਦੇ ਸੀ। ਫਿਰ ਐਸੇ ਪਿਆਰੇ ਗੁਰੂ ਦੇ ਲਈ ਜਦੋਂ ਇਸ ਤਰ੍ਹਾਂ ਦੇ ਤਸੀਹੇ ਕੰਨਾਂ ਨਾਲ ਸੁਣੇ ਹੋਣਗੇ, ਫਿਰ ਕਿਹੜਾ ਹਿਰਦਾ ਚੁੱਪ ਕਰ ਸਕਦਾ? ਸਿਉਂ ਗੁਰਸਿੱਖਾਂ ਦੇ ਵਿੱਚ ਭਾਵੇਂ ਗੁਰਮਤਿ ਅਨੁਸਾਰ ਰੋਣਾ ਵਰਜਿਤ ਹੈ, ਪਰ ਫਿਰ ਵੀ ਵਿਰਾਗ ਤਾਂ ਆਉਂਦਾ ਹੈ ਨਾ। ਕਿਉਂ? ਗੁਰਸਿੱਖਾਂ ਦੇ ਮਨਾਂ 'ਚ ਵਿਰਾਗ ਆਇਆ। ਕਿਉ ਭਈ ਤਬ ਹੀ ਮਾਤਾ ਗੰਗਾ ਆਈ। ਮਾਤਾ ਗੰਗਾ ਜੀ ਵੀ ਆ ਜਾਂਦੇ ਹਨ। ਸੁਨਤ ਬਾਤ ਤਬ ਰੁਦਨ ਆਈ। ਮਾਤਾ ਜੀ ਵੀ ਜਦੋਂ ਸਾਰਾ ਪ੍ਰਸੰਗ ਸੁਣਿਆ, ਉਹਨਾਂ ਦੇ ਵੀ ਅਸਰੂ ਨਹੀਂ ਰੁਕੇ। ਉਹ ਵੀ ਆਪਣੇ ਸਿਰ ਦੇ ਸੁਆਮੀ ਪੰਜਵੇਂ ਗੁਰੂ ਨਾਨਕ ਪਾਤਸ਼ਾਹ ਆਪਣੇ ਸਿਰ ਦੇ ਸੁਆਮੀ ਦੇ ਉਹਨਾਂ ਦੁੱਖਾਂ ਨੂੰ ਦੇਖ ਕੇ ਮਨ ਦੇ ਵਿੱਚ ਵਿਰਾਗ ਆ ਜਾਂਦਾ ਹੈ। ਸੁਦਾ ਸਰੋਵਰ ਪੁਨ ਸਭ ਆਏ। ਕਿਉਂ ਸਾਰੇ ਇਕੱਤਰ ਹੋ ਕਰਕੇ ਫਿਰ ਅੰਮ੍ਰਿਤਸਰ ਸਰੋਵਰ 'ਤੇ ਆਏ। ਕਰ ਇਸ਼ਨਾਨ ਤੰਜਾਜਲੀ ਦਏ। ਇਸ਼ਨਾਨ ਕੀਤਾ। ਇਸ਼ਨਾਨ ਕਰਕੇ ਫਿਰ ਹਰਿਮੰਦਰ ਸਾਹਿਬ ਪਹੁੰਚ ਕੇ ਕਿਉਂ ਅੰਮ੍ਰਿਤਮਈ ਬਾਣੀ ਦਾ ਪ੍ਰਕਾਸ਼ ਹੋਇਆ ਕਰਦਾ ਸੀ, ਰੋਜ਼ਾਨਾ ਦੀ ਮਰਜ਼ਾਦਾ ਸੀ। ਸਾਰੀਆਂ ਸੰਗਤਾਂ ਇਕੱਤਰ ਹੋ ਕੇ ਅਰਦਾਸ ਕੀਤੀ। ਦੋਹਰਾ ਸਤ ਚਿਤ ਆਨੰਦ ਰੂਪ ਥੇ ਗੁਰ ਅਰਜਨ ਕਰਤਾਰ। ਕਿਉਂਕਿ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਸਤ ਚਿਤ ਆਨੰਦ ਇੱਕ ਪਰਮੇਸ਼ਰ ਦਾ ਰੂਪ ਸਨ, ਕਰਤਾਰ ਦਾ ਰੂਪ ਸਨ। ਗੁਰੂ ਅਰਜਨ ਪ੍ਰਤੱਖ ਹਰ ਸੀ। ਦੁਰਲਭ ਤਾਂ ਕਾ ਦਰਸ ਥਾ, ਮਿਥਿਆ ਸਭ ਸੰਸਾਰ। ਉਹਨਾਂ ਦੇ ਦਰਸ਼ਨ ਹੀ ਬੜੇ ਦੁਰਲਭ ਸਨ, ਬਾਕੀ ਤਾਂ ਸੰਸਾਰ ਬਿਨਸ਼ਨਹਾਰ ਮਿਥਿਆ ਹੈ। ਜੋ ਭਾਈ ਜੇ ਪਿਤ ਕੋ ਤੁਮ ਤਨ ਪਹਿਚਾਨੋ। ਇਸ ਤਰ੍ਹਾਂ ਭਾਵ ਕੇ ਪਹਿਚਾਨ ਕਰਨੀ, ਆਪਣੀ ਹਿਰਦੇ ਦੇ ਵਿੱਚ ਵਸਾਉਣਾ। ਤਨ ਮਿਥਿਆ ਯੋ ਸੰਤ ਬਖਾਨੋ। ਕਿਉਂਕਿ ਰੱਬ ਦੇ ਪਿਆਰਿਆਂ ਨੇ ਇਹ ਗੱਲ ਆਖੀ ਹੈ ਕਿ ਆਪਣੇ ਮਨ ਕਰਕੇ ਚਿੱਤ ਦੇ ਵਿੱਚ
ਇਸ ਸੰਸਾਰ ਨੂੰ ਮਿਥਿਆ ਜਾਣਨਾ। ਅਸੀਂ ਸੰਸਾਰੀ ਲੋਕ ਸੰਸਾਰ ਨੂੰ ਸੱਚ ਜਾਣਦੇ ਹਾਂ, ਰੱਬ ਦੇ ਪਿਆਰੇ ਸੱਚ ਨਹੀਂ ਜਾਣਦੇ। ਉਹ ਤਾਂ ਇਹ ਸੰਸਾਰ ਨੂੰ ਪ੍ਰਮਾਤਮਾ ਦਾ ਰੂਪ ਕਰਕੇ ਤਾਂ ਸੱਚ ਜਾਣਦੇ ਨੇ। ਵੈਸੇ ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਸਾਰਾ ਮਿਥਿਆ ਹੈ। ਜਨਮ ਮ੍ਰਿਤ ਸਭ ਤਨ ਮੈਂ ਪਈਏ, ਨਾਲੇ ਫਿਰ ਜਨਮ ਤੇ ਮਰਨ ਆ ਜਿਹੜਾ ਇਹ ਸਰੀਰ ਦੇ ਵਿੱਚ ਹੀ ਹੈ। ਮਾਤਾ ਪਿਤਾ ਤੋਂ ਸਰੀਰ ਮਿਲਿਆ ਸੀ, ਜਨਮ ਹੋ ਗਿਆ, ਸਵਾਸ ਪੂਰੇ ਹੋ ਗਏ ਤੇ ਇਹ ਸਰੀਰ ਮਾਟੀ ਫਿਰ ਮਿੱਟੀ ਦੇ ਵਿੱਚ ਫੇਰ ਮਿਲ ਜਾਂਦੀ ਹੈ। ਮਾਟੀ ਮਾਟੀ ਹੋਈ ਏਕ, ਫਿਰ ਤੱਤ ਤੱਤਾਂ 'ਚ ਰਲ ਜਾਂਦੇ ਨੇ। ਫਿਰ ਇਹ ਸਰੀਰ ਫੇਰ ਇੱਥੇ ਬਣ ਗਿਆ। ਊਪ ਟਿੰਡ ਸਮਤੈ ਗਤ ਹਈਏ, ਕਿਉਂ ਮਾਨੋ ਖੂਹ ਦੀਆਂ ਟਿੰਡਾਂ ਵਾਲਾ ਜਿਵੇਂ ਗੇੜ ਚੱਲਦਾ ਹੈ। ਜੇ ਪਿਤ ਕੋ ਸਤਿ ਆਤਮ ਜਾਨੋ, ਇਸ ਤਰ੍ਹਾਂ ਜਿਹੜੇ ਆਪਣੀ ਆਤਮਾ ਨੂੰ ਸੱਚ ਚਿੱਤ ਜਾਣ ਲੈਂਦੇ ਨੇ। ਆਤਮ ਕਥੀ ਮਿਰਤ ਨਹੀਂ ਜਾਨੋ, ਆਤਮਾ ਦੀ ਕਦੇ ਵੀ ਮੌਤ ਨਹੀਂ ਹੋਇਆ ਕਰਦੀ। ਆਤਮਾ ਚੱਲ ਸਦਾ ਅਬਿਨਾਸੀ, ਕਿਉਂ ਆਤਮਾ ਚਾਲੈ ਸਦੀਵ ਅਬਿਨਾਸੀ, ਨਾਸ ਰਹਿਤ ਹੈ, ਆਤਮਾ ਅਮਰ ਹੈ। ਅਜਰ ਅਲਖ ਸਦਾ ਸੁਖ ਰਾਸੀ, ਅਜਰ ਜਰ ਤੋਂ ਰਹਿਤ, ਨਾਏ ਦੇ ਵਿੱਚ ਬੁਢਾਪਾ ਹੈ, ਨਾਏ ਦੇ ਵਿੱਚ ਮੌਤ ਹੈ। ਸਦਾ ਸਤ ਚਿਤ ਆਨੰਦ ਚੇਤਨ ਸਰੂਪ ਰਹਿੰਦੀ ਹੈ। ਦੋਹਰਾ ਅਸ ਭਗਵਤ ਕੇ ਬਚਨ ਸੁਨ, ਪੁਨ ਤਹ ਰੂਪ ਦਿਖਾਏ। ਕਿਉਂ ਮਾਨੋ ਜਦੋਂ ਸਾਰੀਆਂ ਸੰਗਤਾਂ 'ਚ ਵਿਰਾਗ ਸੀ, ਉਦੋਂ ਪਰਮੇਸ਼ਰ ਨੇ ਆ ਕੇ ਕਿਸੇ ਪਿਆਰੇ ਗੁਰਮੁਖ ਦਾ ਰੂਪ ਧਾਰਨ ਕਰਕੇ ਸਾਰਿਆਂ ਨੂੰ ਭਾਵ ਕੇ ਹੌਸਲਾ ਦਿੱਤਾ ਹੈ। ਗੁਰਦਾਸ ਬੁੱਢਾ ਗੋਬਿੰਦ ਹਰ ਗੰਗ ਗਿਆਨ ਮਨ ਪਾਏ। ਭਾਈ ਗੁਰਦਾਸ ਜੀ, ਬਾਬਾ ਬੁੱਢਾ ਜੀ, ਹਰਗੋਬਿੰਦ ਸਾਹਿਬ ਜੀ, ਮਾਤਾ ਗੰਗਾ ਜੀ, ਇਹ ਬ੍ਰਹਮ ਗਿਆਨੀ ਸਨ। ਭਾਵ ਕਿ ਸਾਰੇ ਗੁਰਸਿੱਖਾਂ ਨੂੰ ਫਿਰ ਹੌਸਲਾ ਦਿੰਦੇ ਨੇ। ਆਪ ਵੀ ਗਿਆਨ ਦੇ ਸਰੂਪ ਹੋ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਹੁਕਮ ਭਾਣਾ ਰਜਾ ਮੰਨ ਕੇ ਟਿਕਾ ਕਰਦੇ ਹਨ। ਚੌਪਈ ਭਗਵੰਤ ਦਰਸ ਇਨ ਚਾਰੋ ਪਾਇਓ, ਕਿਉਂ ਪਰਮੇਸ਼ਰ ਦੇ ਜੀ ਦਰਸ਼ਨ ਹੋਏ, ਦੀਦਾਰ ਹੋਏ। ਭਇਓ ਗਿਆਨ ਮਨ ਸੋਕ ਮਿਟਾਇਓ, ਮਨ ਦੇ ਵਿੱਚੋਂ ਸੋਗ ਖਤਮ ਹੋ ਗਿਆ। ਕਿਉਂਕਿ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ ਉਹਨਾਂ ਨੂੰ ਸੋਗ ਨਹੀਂ ਹੋਇਆ ਕਰਦਾ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਬੇਅੰਤ ਵਚਨ ਆਉਂਦੇ ਨੇ, ਜੋ ਨਰ ਦੁਖ ਮੈਂ ਦੁਖ ਨਹੀਂ ਮਾਨੈ, ਸੁਖ ਸਨੇਹ ਹਰ ਭੈ ਨਹੀਂ ਜਾ ਕੈ ਕੰਚਨ ਮਾਟੀ ਮਾਨੈ। ਜਾਂ ਆਵਤ ਹਰਖ ਨ ਜਾਵਤ ਦੁਖਾ ਨਹਿ ਵਿਆਪੈ ਮਨ ਸੋਗਨੀ। ਉਹਨਾਂ ਨੂੰ ਸੋਗ ਨਹੀਂ ਹੋਇਆ ਕਰਦਾ, ਇੱਕ ਰਸ ਰਹਿੰਦੇ ਹਨ। ਸ਼੍ਰੀ ਭਗਵਤ ਕੋ ਬੰਦਨ ਕੀਨੀ, ਨਿਰੰਕਾਰ ਕਾਲ ਪੁਰਖ ਨੂੰ ਨਮਸਕਾਰ ਕੀਤੀ ਹੈ। ਚਾਰੋਂ ਮਿਲ ਹੋਏ ਅਧੀਨੀ, ਕਿਉਂ ਫਿਰ ਜੋ ਪਰਮੇਸ਼ਰ ਸਰੂਪ ਸਾਰਿਆਂ ਨੂੰ ਧੀਰਜ ਦੇਣ ਵਾਸਤੇ ਨਿਰੰਕਾਰੀ ਜੋਤ ਆਈ ਸੀ, ਸਾਰੇ ਫਿਰ ਨਮਸਕਾਰ ਕਰਦੇ ਹਨ। ਅਕਾਲ ਪੁਰਖ ਪੁਨ ਬਚਨ ਉਚਾਰੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਵੱਲੋਂ ਹੁਕਮ ਹੋਇਆ, ਬਚਨ ਹੋਏ। ਹਰ ਗੋਬਿੰਦ ਸੁਣੀਐ ਨਿਰਧਾਰੇ, ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੂੰ ਪਰਮੇਸ਼ਰ ਦਾ ਹੁਕਮ ਹੋ ਰਿਹਾ ਹੈ। ਤੁਮ ਹਮਰੇ ਮੈਂ ਭੇਦ ਨ ਕੋਈ, ਵੀ ਤੁਹਾਡੇ ਵਿੱਚ ਸਾਡੇ ਵਿੱਚ ਕੋਈ ਭੇਦ ਨਹੀਂ ਹੈ। ਤੋਹੇ ਅਵਤਾਰ ਹੇਤ ਹੋਈ, ਬਸ ਆਪ ਅਵਤਾਰ ਹੂੰ ਸੰਸਾਰ ਦੇ ਵਿੱਚ, ਹੀਤ ਕਾਰਨ ਇਹੀ ਹੈ। ਦੋਹਰਾ ਤੋਰ ਪਿਤਾ ਕੋ ਬਚ ਕਹੇ, ਪਾਛੇ ਮੋਏ ਭਾਏ। ਕਿਉਂਕਿ ਤੇਰੇ ਪਿਤਾ ਨੂੰ ਅਸੀਂ ਇਹ ਬਚਨ ਦਿੱਤੇ ਹੋਏ ਹਨ ਕਿ ਤੁਹਾਡੇ ਸੱਚਖੰਡ ਜਾਣ ਤੋਂ ਬਾਅਦ ਸੁਤ ਤੁਮਰਾ ਤੁਮਰੇ ਨਿਕਟ, ਮੇਰੋ ਤਖਤ ਬਨਾਏ। ਵੀ ਤੁਹਾਡਾ ਪੁੱਤਰ ਮੇਰੇ ਨਿਕਟ, ਕਿਉਂਕਿ ਹਰਿਮੰਦਰ ਜੋ ਹਰੀ ਦਾ ਘਰ ਹੈ, ਦੂਸਰੇ ਪਾਸੇ ਅਕਾਲ ਤਖਤ ਦੀ ਰਚਨਾ ਹੈ। ਤਖਤ ਬੈਠਾ ਅਰਜਨ ਗੁਰੂ, ਸਤਿਗੁਰੂ ਕਾ ਖਿਵੈ ਚੰਦੋਆ। ਹਰਿਮੰਦਰ ਸਾਹਿਬ ਜੀ ਦੇ ਵਿੱਚ ਹਰੀ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਦਾ ਪ੍ਰਕਾਸ਼ ਹੈ। ਮਹਾਰਾਜ ਧੰਨ ਗੁਰੂ ਅਰਜਨ ਦੇਵ ਮਹਾਰਾਜ ਹਰਿਮੰਦਰ ਸਾਹਿਬ 'ਚ ਨਹੀਂ ਬੈਠਿਆ ਕਰਦੇ ਸੀ। ਹਰਿਮੰਦਰ ਸਾਹਿਬ ਦੀ ਰਚਨਾ ਕਰਕੇ ਹਰਿਮੰਦਰ ਸਾਹਿਬ ਜੀਆਂ ਦੇ ਵਿੱਚ ਜੁਗੋ ਜੁਗ ਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਹੀ ਸਥਾਪਨ ਕੀਤੇ ਸਨ। ਆਪ ਸਤਿਗੁਰੂ ਮਹਾਰਾਜ ਪ੍ਰਕਰਮਿਆਂ ਕਰਦੇ ਸੀ, ਨਮਸਕਾਰ ਕਰਿਆ ਕਰਦੇ ਸੀ, ਹਰਿਮੰਦਰ ਸਾਹਿਬ ਮੱਥਾ ਟੇਕਿਆ ਕਰਦੇ ਸੀ, ਅਰਦਾਸ ਕਰਿਆ ਕਰਦੇ ਸੀ। ਆਪ ਮਹਾਰਾਜ ਕਦੇ ਵੀ ਤਖਤ ਲਾ ਕੇ ਨਹੀਂ ਸੀ ਬੈਠੇ ਹਰਿਮੰਦਰ ਸਾਹਿਬ 'ਚ।
ਉਹ ਜਗ੍ਹਾ ਜਿੱਥੇ ਜੁਗੋ ਜੁਗੋ ਟਾਲ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਨੇ, ਉਹ ਜਗ੍ਹਾ ਬਾਣੀ ਵਾਸਤੇ ਹਰਿਮੰਦਰ ਸਾਹਿਬ ਦੀ ਰਚਨਾ ਸੀ। ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦੇ ਬਚਨ ਹੋ ਰਹੇ ਨੇ ਹਰਗੋਬਿੰਦ ਜੀਆਂ ਦੇ ਪ੍ਰਥਾਏ ਨਾਲ ਬਚਨ ਹੋਏ ਕਿ ਤੁਹਾਡਾ ਪੁੱਤਰ ਤੁਸਾਂ ਨੇ ਮੇਰਾ ਹਰਿਮੰਦਰ ਸਾਹਿਬ ਘਰ ਦੀ ਰਚਨਾ ਹੋਈ ਹੈ, ਫਿਰ ਨਾਲ ਤੁਹਾਡੇ ਪੁੱਤਰ ਨੇ ਤਖਤ ਦੀ ਰਚਨਾ ਕਰਨੀ ਹੈ। ਚੌਪਈ ਔਰ ਸੰਤ ਬਚਨ ਅਟਲ ਪਛਾਨੋ, ਇਸ ਤਰ੍ਹਾਂ ਇਹ ਬਚਨ ਅਟਲ ਹਨ। ਬੁੱਢੇ ਮੁਝ ਮੈਂ ਭੇਦ ਨ ਮਾਨੋ, ਵੀ ਬੁੱਢਾ ਜੀਆਂ ਦੇ ਵਿੱਚ ਤੇ ਮੇਰੇ ਵਿੱਚ ਕੋਈ ਭੇਦ ਨਹੀਂ ਹੈ। ਪ੍ਰਿਥ ਮੈਂ ਇਹ ਥਾਂ ਤਖਤ ਸਵਾਰੋ, ਪਹਿਲਾਂ ਇੱਥੇ ਤਖਤ ਦੀ ਰਚਨਾ ਕਰੋ। ਮੇਰੀ ਪੀਰੀ ਅਸ ਦੋ ਧਾਰੋ, ਫਿਰ ਮੇਰੀ ਪੀੜੀ ਦੀਆਂ 2 ਤਲਵਾਰਾਂ ਧਾਰਨ ਕਰਨੀਆਂ। ਹਰ ਗੋਬਿੰਦ ਤਬ ਬੈਨ ਸੁਣਾਏ, ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਨੇ ਬੇਨਤੀ ਕੀਤੀ, ਨਾਮ ਲਾਜ ਪ੍ਰਭ ਤੁਮੈ ਬਣਾਏ। हे ਪ੍ਰਭੂ, ਨਾਮ ਦੀ ਲਾਜ ਤੁਸਾਂ ਨੇ ਹੀ ਰੱਖਣੀ ਹੈ। ਇੱਥੇ ਕਵੀ ਜੀਆਂ ਨੇ ਮੰਨੋ ਇਹ ਇੱਕ ਵਿਚਾਲੇ ਪ੍ਰਸੰਗ ਦਿੱਤਾ ਹੈ। ਜਿਵੇਂ ਕਲਗੀਧਰ ਮਹਾਰਾਜ ਆਪ ਆਪਣੇ ਜੀਵਨ ਦੀ ਗਾਥਾ ਲਿਖਦੇ ਕਹਿੰਦੇ ਨੇ ਕਿ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸੰਸਾਰ ਦੇ ਵਿੱਚ ਸਾਨੂੰ ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪਰਚੁਰ ਕਰਬੇ ਕੋ ਸਾਜਾ। ਵੀ ਪੰਥ ਦੀ ਰਚਨਾ ਕਰਨ ਵਾਸਤੇ ਤੁਸੀਂ ਸੰਸਾਰ ਦੇ ਵਿੱਚ ਜਾ ਕੇ ਭਾਵ ਕਿ ਜਹਾਂ ਕਹਾਂ ਤੁਮ ਧਰਮ ਵਿਥਾਰੋ, ਦੁਸ਼ਟ ਦੋਖੀਆਂ ਪਕੜ ਪਛਾੜੋ, ਇਉਂ ਦੁਸ਼ਟਾਂ ਦੋਖੀਆਂ ਦਾ ਨਾਸ਼ ਕਰੋ। ਇੱਥੇ ਵੀ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਬਚਨ ਹੋ ਰਹੇ ਨੇ ਕਿ ਤੁਸੀਂ ਅਕਾਲ ਤਖਤ ਦੀ ਰਚਨਾ, 2 ਤਲਵਾਰਾਂ ਧਾਰਨ ਕਰੋ, ਦੁਸ਼ਟਾਂ ਦਾ ਨਾਸ਼ ਕਰੋ। ਅਕਾਲ ਪੁਰਖ ਸੁਣ ਆਨੰਦ ਪਾਇਓ, ਅਕਾਲ ਪੁਰਖ ਵਾਹਿਗੁਰੂ ਜੀ ਸੁਣ ਕੇ ਬੜੇ ਖੁਸ਼ ਹੋਏ ਜਦੋਂ ਕਲਗੀਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਖਿਆ ਕਿ ਆਪ ਨੇ ਕਿਰਪਾ ਕਰਨੀ। ਜਿਸ ਤਰ੍ਹਾਂ ਪਾਤਸ਼ਾਹ ਵੀ ਕਹਿੰਦੇ ਠਾਂਡ ਪਿਓ ਮੈਂ ਜੋਰ ਕਰ, ਬਚਨ ਕਹਾ ਸਰਨਾਈ, ਪੰਥ ਚਲਾਇ ਤਬ ਜਗਤ ਮੈਂ ਜਬ ਤੂੰ ਕਰੋ ਸਹਾਏ। ਕਲਗੀਧਰ ਮਹਾਰਾਜ ਜੀ ਨੇ ਵੀ ਅਕਾਲ ਪੁਰਖ ਨੂੰ ਬੇਨਤੀ ਕੀਤੀ ਸੀ। ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਵੀ ਅਕਾਲ ਪੁਰਖ ਨੂੰ ਬੇਨਤੀ ਕੀਤੀ। ਏ ਬਿਦ ਸ੍ਰੀ ਮੁਖ ਬਚਨ ਅਲਾਇਓ, ਇਸ ਤਰ੍ਹਾਂ ਬਚਨ ਹੋਏ। ਦੋਹਰਾ ਰਾਮ ਕ੍ਰਿਸ਼ਨ ਤੇ ਆਦਲੇ ਪਾਛੇ ਜੋ ਅਵਤਾਰ। ਇਸ ਤਰ੍ਹਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਬਚਨ ਹੋਏ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਅਕਾਲ ਤਖਤ ਦੀ ਰਚਨਾ ਕਰਨੀ, ਫਿਰ ਰਹਿਮਨ ਦੇ ਵਿੱਚ ਦੁਸ਼ਟਾਂ ਨੂੰ ਸੋਧਣਾ। ਸਮੇਂ ਦੀ ਸਮਾਪਤੀ ਹੈ। ਅਗਲਾ ਇਤਿਹਾਸ ਪਿਆਰ ਨਾਲ ਕੱਲ੍ਹ ਨੂੰ ਸੁਣਿਓ। ਹੋਈਆਂ ਭੁੱਲਾਂ ਮਾਫ ਕਰਨੀਆਂ, ਕਿਉਂ ਪੰਜੇ ਗੁਰ ਸਿਖਾਏ, ਸਾਰਾ ਸਤਿਗੁਰੂ ਮਹਾਰਾਜ ਨੂੰ ਦੱਸਿਆ। ਨਾਲ ਇਹ ਵੀ ਹੈ ਸਤਿਗੁਰੂ ਮਹਾਰਾਜ ਦੀ ਬਾਣੀ ਦਾ ਫਿਰ ਜਾਪ ਵੀ ਆਰੰਭ ਕਰਾਉਣਗੇ। ਸੋ ਆਓ ਪਿਆਰ ਨਾਲ ਸੁਣਦੇ ਰਹੀਏ, ਲਾਹਾ ਲਈਏ। ਸਾਰੀਆਂ ਸੰਗਤਾਂ ਪਿਆਰ ਨਾਲ ਫਤਿਹ ਪ੍ਰਵਾਨ ਕਰਨੀ, ਇਤਿਹਾਸ ਵਿਚਾਰਦਿਆਂ ਬੋਲਦਿਆਂ, ਕਿਉਂਕਿ ਗੁਰੂ ਕਾ ਇਤਿਹਾਸ ਹੈ, ਸਮੁੰਦਰ ਦੀ ਨਿਆਈ ਹੈ, ਵਰਣਨ ਕਰਨਾ ਬੜਾ ਮੁਸ਼ਕਿਲ ਹੈ। ਜਿੰਨੀ ਕੁ ਸਤਿਗੁਰੂ ਕਿਰਪਾ ਕਰਦੇ ਨੇ ਆਪਾਂ ਵਿਚਾਰਿਆ ਹੈ। ਸੋ ਆਓ ਪਿਆਰ ਨਾਲ ਸਾਰੀ ਸੰਗਤ ਫਤਿਹ ਪ੍ਰਵਾਨ ਕਰੋ, ਪੰਕਤੀਆਂ ਸਰਵਣ ਕਰੋ। ਹਰ ਗੋਬਿੰਦ ਤਬ ਬੈਨ ਸੁਨਾਏ, ਨਾਮ ਲਾਜ ਪ੍ਰਭ ਤੁਮੈ ਬਨਾਏ। ਅਕਾਲ ਪੁਰਖ ਸੁਨ ਆਨੰਦ ਪਾਇਓ, ਏ ਬਿਦ ਸ਼੍ਰੀ ਮੁਖ ਬਚਨ ਅਲਾਇਓ। ਵਾਹਿਗੁਰੂ ਜੀ ਕਾ ਖਾਲਸਾ